ਕਾਂਗਰਸੀਆਂ ਦਾ ਮੁੱਖ ਕੰਮ ਤਾਂ ਸ਼ਰਾਬ ਦਾ ਹੈ। ਸਰਕਾਰ ਤਾਂ ਇਹ ਪਾਰਟ ਟਾਈਮ ਚਲਾ ਰਹੇ ਨੇ। ਇਸੇ ਕਰਕੇ ਸ਼ਰਾਬ ਦੇ ਕਾਰੋਬਾਰ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇਹ ਕਹਿਣਾ ਹੈ ਅਕਾਲੀ ਦਲ ਦੇ ਮੁੱਖ ਬੁਲਾਰੇ ਡਾਕਟਰ ਦਿਲਜੀਤ ਸਿੰਘ ਚੀਮਾ ਦਾ। ਦਰਅਸਲ ਰੂਪਨਗਰ ਪੰਜਾਬ ਸਰਕਾਰ ਵੱਲੋਂ ਜੋ ਲਾਕਡਾਊਨ ਦੇ ਨਿਯਮਾਂ ਦੇ ਵਿੱਚ ਫੇਰਬਦਲ ਕਰਦੇ ਹੋਏ ਸ਼ਰਾਬ ਦੇ ਠੇਕਿਆਂ ਨੂੰ ਜ਼ਰੂਰੀ ਸੇਵਾਵਾਂ ਦੇ ਵਿੱਚ ਸ਼ਾਮਿਲ ਕਰਦੇ ਹੋਏ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ, ਉਸ ਨੂੰ ਲੈ ਕੇ ਮੀਡੀਆ ਵੱਲੋਂ ਰੋਪੜ ਪਹੁੰਚੇ ਡਾਕਟਰ ਦਿਲਜੀਤ ਸਿੰਘ ਚੀਮਾ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਇਹ ਜਵਾਬ ਦਿੱਤਾ। ਇਸ ਤੋਂ ਇਲਾਵਾ ਡਾਕਟਰ ਦਿਲਜੀਤ ਸਿੰਘ ਚੀਮਾ ਨੇ ਕਾਂਗਰਸ ਦੀ ਪੰਜਾਬ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਜੋ ਕੋਵਿਡ ਦੀ ਆੜ ਵਿੱਚ ਫੈਸਲੇ ਲਏ ਜਾ ਰਹੇ ਨੇ ਉਹ ਜ਼ਮੀਨੀ ਹਕੀਕਤ ਤੇ ਬਿਨਾਂ ਸਮਝੇ ਲਏ ਜਾ ਰਹੇ ਨੇ। ਇਸ ਮੁੱਦੇ ਤੇ ਉਹਨਾਂ ਨੇ ਹੋਰ ਕੀ ਕੁਝ ਕਿਹਾ, ਆਓ ਸੁਣ ਲੈਂਦੇ ਹਾਂ। ਰੂਪਨਗਰ ਤੋਂ ਸੱਜਣ ਸਿੰਘ ਸੈਣੀ ਦੀ ਜ਼ੀਰੋ ਲਾਈਨ ਟੀਵੀ ਦੇ ਲਈ ਰਿਪੋਰਟ। ਸੜਕਾਂ ਤੇ ਆ ਰਹੇ ਸਰਕਾਰ ਵੱਲੋਂ ਜੋ ਨਵਾਂ ਫੈਸਲਾ ਲਿਆ ਗਿਆ ਠੇਕਿਆਂ ਨੂੰ ਜਿਹੜਾ ਹੈਗਾ ਜ਼ਰੂਰੀ ਸੇਵਾਵਾਂ ਦੇ ਵਿੱਚ ਸ਼ਾਮਲ ਕੀਤਾ ਗਿਆ, ਕਿਵੇਂ ਦੇਖਦੇ ਹੋ ਸਰਕਾਰ ਦੇ ਇਸ ਫੈਸਲੇ ਨੂੰ? देखो गल है बड़ी साडी बदकिस्मती है कि ਜਿਹੜੇ फैसले ਲਏ ਜਾ ਰਹੇ ਆ कोविड की आड़ ਦੇ ਵਿੱਚ ਉਹ ਜ਼ਮੀਨੀ ਹਕੀਕਤਾਂ ਨੂੰ ਬਿਨਾਂ ਸਮਝੇ ਲਏ ਜਾ। ਜਿੱਥੇ ਫੈਸਲੇ ਹੁੰਦੇ ਉਹਨਾਂ ਨੂੰ ਬਿਲਕੁਲ ਨਹੀਂ ਅੰਦਾਜ਼ਾ ਕਿ ਇੱਥੇ ਥੱਲੇ ਰੋਪੜ ਦੇ ਵਿੱਚ ਕੀ ਹੋ ਰਿਹਾ, ਨੂਰਪੁਰ ਬੇਦੀ 'ਚ ਕੀ ਹੋ ਰਿਹਾ, ਨੰਗਲ ਦੇ ਵਿੱਚ ਕੀ ਹੋ ਰਿਹਾ, ਬਲਾਚੌਰ ਦੇ ਵਿੱਚ ਕੀ ਹੋ ਰਿਹਾ। ਕੋਈ ਦਿੱਕਤ ਨਹੀਂ, ਸਿਰਫ ਦਿੱਕਤਾਂ ਹੈ ਤੇ ਇਹਨਾਂ ਦੇ ਰੋਜ਼ ਜਿਹੜੇ ਨਿਤ ਨਵੇਂ ਆਰਡਰ ਹੁੰਦੇ ਉਹਦੀਆਂ ਦਿੱਕਤਾਂ। ਕੋਈ ਵੀ ਲੋਕੀ ਇੰਨੇ ਸਮਝਦਾਰ ਹੋ ਗਏ ਕਿ ਬਿਨਾਂ ਗੱਲ ਤੋਂ ਬਾਹਰ ਨਹੀਂ ਨਿਕਲਦਾ। ਬੜੀ ਮਜਬੂਰੀ ਹੁੰਦੀ ਹੈ ਤੇ ਲੋਕੀ ਘਰੋਂ ਬਾਹਰ ਨਿਕਲਦੇ ਆ, ਨਹੀਂ ਤਾਂ ਸਾਰੇ ਲੋਕੀ ਆਪ ਜਿਹੜੇ ਆ ਇੰਨਾ ਦੇਖੋ ਮੌਤ ਦਾ ਇਸ ਵੇਲੇ ਸਾਇਆ ਜਿਹੜਾ ਉਹਦੇ ਥੱਲੇ ਲੋਕੀ ਜਿਉਂਦੇ ਪਏ। ਔਰ ਕਿਹਦਾ ਦਿਲ ਜਾਂਦਾ ਕਿ ਜਾ ਕੇ ਸੜਕਾਂ 'ਤੇ ਭੰਗੜੇ ਪਾਏ। ਪਰ ਜਿਸ ਤਰੀਕੇ ਜਿਹੜੀਆਂ ਰੋਜ਼ ਪਾਬੰਦੀਆਂ, ਆਫਟਰ ਰੋਟੀ ਖਾਣੀ ਹੈ, ਰੋਟੀ ਕਿੱਥੋਂ ਖਾਣਗੇ ਲੋਕੀ? ਜਾਂ ਤਾਂ ਸਾਡੀ ਸਰਕਾਰ ਇਹ ਕਹੇ ਨਾ ਕਿ ਇੰਨੇ ਘੰਟੇ ਬੰਦ ਹੈ ਤੇ ਉਹਦੇ ਪੈਸੇ ਆ ਲਓ, ਫਿਰ ਜੇ ਲੋਕੀ ਕੋਈ ਬਾਹਰ ਆ ਕੇ ਪ੍ਰੋਟੈਸਟ ਕਰਨ ਤਾਂ ਲੋਕੀ ਝੂਠੇ ਆ। ਪਰ ਜਦੋਂ ਤੁਸੀਂ ਦੇਣਾ ਕੱਖ ਨਹੀਂ, ਅੱਗੇ ਤੁਸੀਂ 2-2.5 ਮਹੀਨੇ ਲੋਕਾਂ ਨੂੰ ਅੰਦਰ ਵਾਰ ਛੱਡਿਆ, ਸਾਰੀ ਇਕਨੋਮੀ ਖਤਮ ਹੋ ਗਈ, ਤੇ ਫਿਰ ਤੁਸੀਂ ਕਦੀ 2 ਘੰਟੇ ਪਹਿਲਾਂ ਕਦੀ 2 ਘੰਟੇ ਬਾਅਦ, ਇੱਕ ਤਾਂ ਲੋਕਾਂ ਨੂੰ ਤਾਂ ਇਹ ਨਹੀਂ ਸਮੱਸਿਆ ਲੱਗਦੀ ਕਿ ਤੁਸੀਂ ਤੁਰੇ ਜਾਂਦੇ ਹੋ। ਹੁਣ ਤਾਂ ਚੁਟਕਲੇ ਬਣਨ ਲੱਗ ਗਏ ਕਿ ਬੰਦਾ ਕਹਿੰਦਾ ਮੈਂ ਬਾਥਰੂਮ ਗਿਆ ਸੀ ਤੇ ਆ ਕੇ ਬਾਹਰ ਪੁੱਛਦਾ ਵੀ ਕੋਈ ਨਵੀਆਂ ਹਦਾਇਤਾਂ ਤਾਂ ਨਹੀਂ ਆਈਆਂ ਇਨ ਬਿਟਵੀਨ, ਕਿ ਇੰਨੇ ਟਾਈਮ ਦੇ ਵਿੱਚ ਕੋਈ ਟੀਵੀ ਤੇ ਸ਼ਾਇਦ ਹਦਾਇਤਾਂ ਚੇਂਜ ਹੋ ਗਈਆਂ ਹੋਣ। ਇਹ ਮਜ਼ਾਕ ਬਣਿਆ ਹੋਇਆ। ਇਹ ਸਿਰਫ ਹੈ ਕਿ ਇਹਨਾਂ ਦਾ ਆਪਣਾ ਜਿਹੜਾ ਹੈਗਾ ਆਤਮ ਵਿਸ਼ਵਾਸ ਨਹੀਂ ਰਿਹਾ, ਸੈਲਫ ਕੌਨਫੀਡੈਂਸ ਨਹੀਂ ਰਿਹਾ ਐਡਮਿਨਿਸਟ੍ਰੇਸ਼ਨ ਦੇ ਵਿੱਚ। ਇਸ ਕਰਕੇ ਜਿਵੇਂ ਕੋਈ ਸਲਾਹ ਦਿੰਦਾ ਉਵੇਂ ਆਰਡਰ ਹੋ ਜਾਂਦਾ। ਹੁਣ 2 ਬੰਦੇ ਤੁਸੀਂ ਕਰ ਦਿੱਤੀ ਵੀ ਗੱਡੀ 'ਚ ਨਹੀਂ ਜਾਣਗੇ। ਹੁਣ ਦੱਸੋ ਜੇ ਕਿਸੇ ਟੈਕਸੀ ਕਰਕੇ ਜਾਣਾ, ਹਸਬੈਂਡ ਵਾਈਫ ਹੈ ਤੇ ਹਸਬੈਂਡ ਵੱਖਰੀ ਟੈਕਸੀ ਕਰਕੇ ਜਾਵੇ ਤੇ ਵਾਈਫ ਵੱਖਰੀ ਟੈਕਸੀ ਕਰਕੇ ਜਾਵੇ, ਨਹੀਂ ਤਾਂ 3 ਹੋ ਜਾਣਗੇ। ਹੁਣ ਮਰੀਜ਼ ਲੈ ਕੇ ਜਾਣਾ, ਅੱਧੀ ਰਾਤੀ ਮੁਸੀਬਤ ਪੈ ਗਈ ਹੈ, ਕਿਤੇ ਕਿਸੇ ਨੂੰ ਸਾਹ ਨਹੀਂ ਆ ਰਿਹਾ, ਤੇ ਫਟਾਫਟ ਘਰ ਦੇ 2-3 ਜੀ ਭੱਜ ਕੇ ਲੈ ਕੇ ਉਹਦੇ ਨਾਲ ਚੱਲਦੇ ਆ ਵਿਚਾਰੇ, ਤੇ ਕੋਈ ਗੱਡੀ ਚਲਾਉਂਦਾ, ਕੋਈ ਉਹਨੂੰ ਸੰਭਾਲਦਾ, ਕੋਈ ਪਾਣੀ ਪਿਆਉਂਦਾ। ਤੇ ਇਹੋ ਜਿਹੀ ਹਾਲਤ ਦੇ ਵਿੱਚ ਅੱਗੇ ਰਸਤੇ 'ਚ ਜਾ ਕੇ ਉਹ ਜਲੀਲ ਹੋਣਗੇ ਵੀ ਤੁਸੀਂ 2 ਨਹੀਂ 3 ਚੜੇ ਹੋਏ, 4 ਚੜੇ ਹੋਏ। ਮਾਸਕ ਦੇ ਉੱਤੇ ਜ਼ੋਰ ਦਿਓ, ਠੀਕ ਹੈ ਗੱਲ। ਉੱਦਾਂ ਕੋਈ ਭੀੜ ਬਿਨਾਂ ਮਤਲਬ ਤੋਂ ਇਕੱਠੀ ਨਾ ਹੋਵੇ, ਕੋਈ ਸਮਾਗਮ ਨਾ ਕਰੇ, ਕੋਈ ਸੈਲੀਬ੍ਰੇਸ਼ਨ ਨਾ ਕਰੇ, ਉਹਦੇ 'ਤੇ ਸਾਰੇ ਅਸੀਂ ਸਹਿਮਤ ਹਾਂ। ਪਰ ਆਹ ਨਹੀਂ ਹੋਣਾ ਚਾਹੀਦਾ ਕਿ ਇੱਕ ਦੁਕਾਨ ਬੰਦ ਹੈ, ਇੱਕ ਖੁੱਲ੍ਹੀ ਹੈ, ਇੰਨੇ ਵਜੇ ਖੁੱਲ੍ਹੇਗੀ, ਇੰਨੇ ਵਜੇ ਬੰਦ ਕਰੇਗੀ। ਇੰਨੀਆਂ ਪਾਬੰਦੀਆਂ ਨਹੀਂ ਲੋਕਾਂ ਨੂੰ ਰੋਟੀ ਕਮਾਉਣ ਦਿਓ, ਕਿਉਂਕਿ ਆਮਦਨ ਦੇ ਸਾਧਨ ਖਤਮ ਹੋ ਗਏ। ਘਰ 'ਚ ਹਰ ਘਰ 'ਚ ਕੋਈ ਨਾ ਕੋਈ ਬਿਮਾਰ ਪਿਆ, ਬਿਮਾਰੀਆਂ ਦੇ ਖਰਚੇ ਵੱਧ ਗਏ, ਦਵਾਈਆਂ ਦੇ ਖਰਚੇ ਵੱਧ ਗਏ, ਬਾਕੀ ਮਹਿੰਗਾਈ ਬਹੁਤ ਹੋ ਗਈ ਹੈ, ਤੁਸੀਂ ਤਾਂ ਟੈਕਸ ਵੀ ਰੋਜ਼ ਨਵੇਂ ਲਾਈ ਜਾਂਦੇ ਹੋ। ਇਸ ਕਰਕੇ ਲੋਕਾਂ ਦੀ ਜ਼ਮੀਨੀ ਹਕੀਕਤਾਂ ਨੂੰ ਸਮਝਣਾ ਚਾਹੀਦਾ ਕਿ ਗਰੀਬ ਬੰਦਾ ਰੋਟੀ ਕਿੱਥੋਂ ਖਾਏ। ਚੀਮਾ ਸਾਹਿਬ, ਸਕੂਲ ਬੰਦ ਆ, ਖੇਡ ਸਪੋਰਟਸ ਅਕੈਡਮੀਆਂ ਬੰਦ ਆ, ਜਿਮ ਬੰਦ ਆ, ਪਰੰਤੂ ਜ਼ਰੂਰੀ ਸੇਵਾਵਾਂ ਵਿੱਚ ਠੇਕੇ ਸ਼ਾਮਲ ਕਰ ਦਿੱਤੇ ਗਏ, ਕਿਵੇਂ ਦੇਖਦੇ ਹੋ? ਦੇਖੋ 100% ਸਰਕਾਰ ਦੀ ਠੇਕਿਆਂ ਨੂੰ ਇੰਨੀ ਪ੍ਰਾਇੋਰਟੀ ਦੇਣੀ ਗਲਤ ਹੈ। ਪਰ ਇਸ ਸਰਕਾਰ ਦਾ ਟੇਸਟ ਹੀ ਇਹ ਹੈ ਕਿ ਜੇ ਲਾਕਡਾਊਨ ਲੱਗਿਆ ਸੀ ਤਾਂ ਉਦੋਂ ਵੀ ਸਾਰੀ ਸਰਕਾਰ ਠੇਕਿਆਂ ਦੇ ਮਿਹਰਬਾਨ ਹੋਈ, ਤੇ ਹੁਣ ਵੀ ਹੋਰ ਜੋ ਮਰਜ਼ੀ ਬੰਦ ਹੋ ਜਾਏ, ਹਸਪਤਾਲ ਭਾਵੇਂ ਬੰਦ ਹੋ ਜਾਏ, ਠੇਕਾ ਖੁੱਲ੍ਹਾ ਰਹਿਣਾ ਚਾਹੀਦਾ। ਇਹ ਤਾਂ ਜੇ ਹਸਪਤਾਲ ਵੀ ਬੰਦ ਕਰਨ ਦੀ ਲੋੜ ਪਈ ਤਾਂ ਉਹ ਕਰ ਦੇਣਗੇ, ਠੇਕਾ ਨਹੀਂ ਬੰਦ ਹੋਣਾ। ਮਨਸ਼ਾ ਕੀ ਹੈ ਸਰਕਾਰ ਦੀ ਠੇਕੇ? ਦੇਖੋ ਪ੍ਰਾਇੋਰਟੀ ਗਲਤ ਹੈ, ਕਿਉਂਕਿ ਸਰਕਾਰ ਦਾ ਧਿਆਨ ਸੇਵਾ ਵਾਲੇ ਪਾਸੇ ਤਾਂ ਹੈ ਨਹੀਂ, ਬਿਜ਼ਨਸ ਵਾਲੇ ਪਾਸੇ ਧਿਆਨ। ਫਸਟ ਪ੍ਰਾਇੋਰਟੀ ਇਹਨਾਂ ਦੀ ਬਿਜ਼ਨਸ ਹੈ ਕਿ ਲਾਕਡਾਊਨ ਲੱਗਦਾ ਤੇ ਤਾਂ ਵੀ 2 ਨੰਬਰ ਚਲਾ ਕਰਦੀ ਹੈ, ਤੇ ਜਾਂਦੀ ਕਿੱਥੇ ਅੱਗੇ ਪਤਾ ਹੀ ਹੈ। 5600 ਕਰੋੜ ਦਾ ਰੌਲਾ ਚੀਫ ਸੈਕਟਰੀ ਨੇ ਪਾਇਆ ਸੀ ਤੇ ਕਿਸੇ ਨੇ ਬਾਅਦ 'ਚ ਦੁਬਾਰਾ ਤਾਂ ਨਹੀਂ ਗੱਲ ਖੋਲ੍ਹੀ। 3 ਸਾਲਾਂ ਤੋਂ ਜੀ ਕੋਈ ਵੀ ਜਿਹੜੀ ਹੈਗੀ ਆ ਜੀ ਬੋਲੀ ਨਹੀਂ ਕਰ ਰਹੇ, ਕੋਈ ਪਰਚੀਆਂ ਨਹੀਂ ਪਾ ਰਹੇ, ਉਹੀ ਪੁਰਾਣੇ ਬੰਦਿਆਂ ਨੂੰ ਦਿੰਦੇ ਆ ਰਹੇ। ਕੀ ਕਾਰਨ ਕੀ ਇਹਦੇ ਪਿੱਛੇ, ਕਿਵੇਂ ਦੇਖਦੇ ਸ਼ਰਾਬ ਦੇ ਠੇਕੇ ਔਰ ਉਹੀ ਬੰਦਿਆਂ ਨੂੰ ਪੁਰਾਣਿਆਂ ਨੂੰ ਦਿੱਤੇ ਜਾ ਰਹੇ ਲਗਾਤਾਰ? ਦੇਖੋ ਮੈਂ ਕਹਿ ਰਿਹਾ ਨਾ ਕਿ ਇਸ ਤੋਂ ਵੱਡੀ ਕੀ ਗੱਲ ਹੁੰਦੀ ਹੈ ਕਿ ਕੈਬਨਿਟ ਦੇ ਵਿੱਚ ਚੀਫ ਸੈਕਟਰੀ ਨੇ ਸ਼ਰੇਆਮ ਮੰਤਰੀਆਂ ਦੇ ਮੂੰਹ ਦੇ ਉੱਤੇ ਕਿਹਾ ਕਿ ਤੁਹਾਡੀ ਸਾਰੀ ਠੇਕਿਆਂ ਦੀ ਜਿਹੜੀ ਪੈਸਾ ਸੀ ਐਕਸਾਈਜ਼ ਦਾ ਉਹ ਚੋਰੀ ਹੋ ਰਹੀ ਹੈ, 5600 ਕਰੋੜ ਦਾ ਰੈਵਨਿਊ ਲਾਸ ਹੋ ਗਿਆ। ਔਰ ਉਹਨੇ ਕਿਹਾ ਕਿ ਤੁਹਾਡੇ ਲੀਡਰ ਜਿਹੜੇ ਹੈ ਇਹ ਸ਼ਰਾਬ ਨਜਾਇਜ਼ ਵਿਕਾਉਂਦੇ।
ਹੁਣ ਮੈਂ ਐਲੀਗੇਸ਼ਨ ਲਾਵਾਂ ਤਾਂ ਤੁਸੀਂ ਕਹਿ ਸਕਦੇ ਹੋ, ਕੋਈ ਹੋਰ ਕਹਿ ਸਕਦਾ ਸ਼ਾਇਦ ਪੋਲੀਟੀਕਲ ਹੋਵੇ। ਹੁਣ ਚੀਫ ਸੈਕਟਰੀ ਸੀਗਾ ਸੂਬੇ ਦਾ, ਸਾਰੇ ਹੀ ਸਰਕਾਰ ਦੀ ਕੋਈ ਇਨਫੋਰਮੇਸ਼ਨ ਸੀ, ਤੇ ਤੁਸੀਂ ਉਦੋਂ ਰੌਲਾ ਪਾ ਕੇ ਉੱਤੇ ਐਲੀਗੇਸ਼ਨ ਲਾਈਆਂ, ਬਾਅਦ 'ਚ ਉਹਨੂੰ ਹੱਥ ਜੋੜ ਕੇ ਉੱਥੋਂ ਜਿਹੜਾ ਚੀਫ ਸੈਕਟਰੀ ਤੋਂ ਹਟਾ ਕੇ ਤੇ ਚੁੱਪ ਕਰਕੇ ਚੇਅਰਮੈਨ ਲਾਤਾ। ਚੇਅਰਮੈਨ ਲਾਉਣ ਦੀ ਲੋੜ ਕਿਉਂ ਪਈ? ਕਿਉਂਕਿ ਕਿਤੇ ਫੇਰ ਨਾ ਗੱਲ ਦੁਬਾਰਾ ਕਰੇ। ਇਹੀ ਗੱਲ ਸੀ ਨਾ, ਜੇ ਉਹ ਗਲਤ ਸੀ ਤੇ ਤੁਸੀਂ ਉਹਦੀ ਗੱਲ ਦੀ ਇਨਕੁਆਇਰੀ ਕਰਦੇ, ਉਹਨੂੰ ਸਜ਼ਾ ਦਿੰਦੇ, ਪਰ ਚੁੱਪ ਕਰਕੇ ਚੇਅਰਮੈਨ ਲਾਉਣਾ ਪਿਆ ਨਾ ਬਾਅਦ 'ਚ। ਤੇ ਇੱਥੇ ਤੁਸੀਂ ਹਿਸਾਬ ਲਾ ਲਓ ਕਿ ਕਿੰਨੇ ਗੂੜੇ ਸੰਬੰਧ ਆ ਠੇਕਿਆਂ ਦੇ ਤੇ ਸ਼ਰਾਬ ਦੇ ਤੇ ਰੇਤਾ ਦੇ ਤੇ ਸਰਕਾਰ ਦੇ। ਅੱਗੇ ਪਰਚੀਆਂ ਪੈਂਦੀਆਂ ਸੀ, ਕਰੋੜਾਂ ਰੁਪਏ ਜਿਹੜਾ ਸਰਕਾਰ ਨੂੰ ਮਾਲੀਆ ਇਕੱਠਾ ਹੁੰਦਾ ਸੀ, ਤੇ ਹੁਣ ਜਿਹੜਾ ਹੈਗਾ ਬਿਨਾਂ ਪਰਚੀ ਕੱਟੇ ਤੇ ਉਹਨਾਂ ਨੂੰ ਪੁਰਾਣਿਆਂ ਨੂੰ ਜਿਹੜਾ ਹੈਗਾ ਕੁਝ % ਵਾਧਾ ਕਰਕੇ ਦਿੱਤੇ ਜਾ ਰਹੇ। ਕੀ ਲੱਗਦਾ ਕਿ ਖਾਸ ਚਹੇਤੇ ਹੈ ਸਰਕਾਰ ਦੇ ਕੋਈ? ਮੈਂ ਤਾਂ ਕਹਿੰਦਾ ਵੀ 100% ਚਹੇਤੇ ਆ। ਇਹ ਤਾਂ ਹੁਣ ਕਹਿ ਹੀ ਰਿਹਾ, ਸਾਰਾ ਆਪਣੇ ਕਾਰੋਬਾਰ ਹੈ ਬਹੁਤੇ, ਤੇ ਮੰਤਰੀਆਂ ਦੇ ਕਾਰੋਬਾਰ ਨੇ ਸ਼ਰਾਬ ਦੇ। ਦੂਜੇ ਤੇ ਤਾਂ ਹੁਣ ਨਾ ਕਿ ਬਾਹਰਲਾ ਹੋਵੇ, ਤੇ ਆਪ ਵੀ ਤਾਂ ਬਹੁਤਿਆਂ ਦੇ ਤੇ ਸ਼ਰਾਬ ਦੇ ਕਾਰੋਬਾਰ ਨੇ। ਇਸ ਕਰਕੇ ਉਹਨਾਂ ਦੀ ਫਸਟ ਪ੍ਰਾਇੋਰਟੀ ਹਮੇਸ਼ਾ ਠੇਕਾ ਹੁੰਦੀ ਹੈ। ਮੁੱਖ ਕੰਮ ਇਹਨਾਂ ਦਾ ਸ਼ਰਾਬ ਦਾ ਹੀ ਹੈ। ਸਰਕਾਰ ਤਾਂ ਪਾਰਟ ਟਾਈਮ ਚਲਾ ਰਹੀ। ਫਸਟ ਇਨਫੋਰਮੇਸ਼ਨ ਦੇ ਵਿੱਚ ਉਹ ਇੰਜੈਕਸ਼ਨ ਜਿਹੜੇ ਉਹ ਜਾਲੀ ਲੱਗ ਰਹੇ ਹੈ, ਤੱਕ ਹੈਲਥ ਡਿਪਾਰਟਮੈਂਟ ਕਹਿ ਰਿਹਾ ਵੀ ਸ਼ਾਇਦ ਉਹ ਜਾਲੀ ਨੇ। ਕੀ ਲੱਗਦਾ? ਰੈਮਡੈਸਿਵਰ ਇੰਜੈਕਸ਼ਨ ਜਾਲੀ ਵੇਚਣ ਦਾ ਇੱਕ ਬੜਾ ਵੱਡਾ ਸਕੈਂਡਲ ਆਲਰੇਡੀ ਜਿਹੜਾ ਹਰਿਆਣਾ ਦੇ ਵਿੱਚ ਐਕਸਪੋਜ਼ ਹੋ ਚੁੱਕਿਆ। ਔਰ ਅੱਜ ਹੀ ਮੈਂ ਅਖਬਾਰ 'ਚ ਪੜ੍ਹ ਰਿਹਾ ਸੀ ਕਿ ਜਿਹੜਾ ਉਹਦਾ ਕਿੰਗ ਪੈਨ ਸੀ ਉਹ ਵੀ ਪੰਚਕੂਲੇ ਤੋਂ ਫੜਿਆ ਗਿਆ, ਔਰ ਉਹਦਾ ਪੁਲਿਸ ਰਿਮਾਂਡ ਚੱਲ ਰਿਹਾ। ਹੋ ਸਕਦਾ ਹੈ ਜਿਹੜੀ ਅੱਜ ਰੋਪੜ ਦੇ ਵਿੱਚੋਂ ਐਡੀ ਵੱਡੀ ਜਾਲੀ ਨਸ਼ਿਆਂ ਦੀ ਜਿਹੜੀ ਆ ਖੇਪ, ਜਿਹੜੀ ਰੈਮਡੈਸਿਵਰ ਇੰਜੈਕਸ਼ਨ ਦੀ ਜਿਹੜੀ ਖੇਪ ਹੈ, ਜਿਹੜੀ ਨਹਿਰ ਦੇ ਵਿੱਚੋਂ ਮਿਲੀ ਹੈ, ਮੇਬੀ ਕਿ ਜਦੋਂ ਪਿੱਛੇ ਕਿੰਗ ਪੈਨ ਪੜਿਆ ਜਾਂਦਾ ਤੇ ਜਿਹਨੇ ਖਰੀਦਿਆ ਹੁੰਦਾ ਇਹਨਾਂ ਨੂੰ ਡਰ ਪੈ ਜਾਂਦਾ ਵੀ ਹੁਣ ਸਾਡੇ ਤੇ ਰੇਡ ਨਾ ਹੋ ਜਾਵੇ। ਇਸ ਸਕਦਾ ਇਹਦੀ ਇਹੋ ਜਿਹੀ ਗੱਲ ਦੇ ਨਾਲ ਜੋੜ ਕੇ ਵੀ ਦੇਖੀ ਜਾ ਸਕਦੀ ਹੈ, ਕਿਉਂਕਿ ਕਾਫੀ ਵੱਡਾ ਰੈਕਟ ਜਿਹੜਾ ਹਰਿਆਣੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਰੈਮਡੈਸਿਵਰ ਇੰਜੈਕਸ਼ਨ ਜਾਲੀ ਵੇਚਦਾ ਸੀ, ਉਹ ਆਲਰੇਡੀ ਹਰਿਆਣਾ ਪੁਲਿਸ ਨੇ ਫੜਿਆ। ਤੇ ਮੇਬੀ ਉਹਦੀਆਂ ਤਾਰਾਂ ਕਿਤੇ ਇੱਥੇ ਵੀ ਟੁੱਟਦੀਆਂ ਹੋਣ, ਕਿਉਂਕਿ ਜਦੋਂ ਇਹੋ ਜਿਹੀ ਚੀਜ਼ ਸੁੱਟੀ ਜਾਂਦੀ ਹੈ ਨਹਿਰ ਦੇ ਵਿੱਚ ਤਾਂ ਕੁਦਰਤੀ ਹੁੰਦਾ ਕਿ ਕੋਈ ਸਬੂਤ ਮਿਟਾਉਣ ਦੀ ਕੋਸ਼ਿਸ਼ ਕਰ ਰਿਹਾ ਹੋਣਾ, ਪਰ ਇਹਦੀ ਥਾਰੋਲੀ ਇਨਕੁਆਇਰੀ ਹੋਣੀ ਚਾਹੀਦੀ ਕਿ ਇੱਥੇ ਨੈਚੁਰਲੀ ਬੰਦਾ ਤਾਂ ਲੋਕਲ ਹੀ ਹੋਊਗਾ। ਜੇ ਸਾਡੀ ਰੋਪੜ ਦੀ ਨਹਿਰ ਦੇ ਵਿੱਚੋਂ ਰੈਮਡੈਸਿਵਰ ਇੰਜੈਕਸ਼ਨ ਜਾਲੀ ਮਿਲਦੇ ਆ, ਇਹ ਯੂਜ਼ ਵੀ ਇੱਥੇ ਹੁੰਦੇ ਹੋਣਗੇ। ਇਸ ਕਰਕੇ ਇਹ ਕੌਣ ਖਰੀਦਦਾ ਰਿਹਾ, ਕੌਣ ਵੇਚਦਾ ਰਿਹਾ, ਇਹਦੀ ਤਹਿ ਤੱਕ ਇਨਕੁਆਇਰੀ ਜਿਹੜੀ ਹੈ ਪੁਲਿਸ ਨੂੰ ਕਰਨੀ ਚਾਹੀਦੀ, ਕਿਉਂਕਿ ਇਹ ਰੈਕਟ ਹੋਰ ਵੀ ਵੱਡਾ ਹੋ ਸਕਦਾ। ਜੇ ਹਰਿਆਣੇ ਦੇ ਵਿੱਚ ਆਲਰੇਡੀ ਇਹ ਚੱਲ ਰਿਹਾ, ਬੜੇ ਬੰਦੇ ਫੜੇ ਗਏ ਆ, ਬੜੇ ਕੈਮਿਸਟ ਫੜੇ ਗਏ, ਔਰ ਇੱਥੋਂ ਐਡੀ ਵੱਡੀ ਖੇਪ ਤੁਸੀਂ ਕਹਿੰਦੇ ਹੋ ਕਿ ਨਹਿਰ ਦੇ ਵਿੱਚੋਂ ਮਿਲੀ ਆ, ਤੇ ਇਹਨੂੰ ਬਰੀਕੀ ਨਾਲ ਜਾਂਚ ਇਹਦੀ ਹੋਰ ਹੋਣੀ ਚਾਹੀਦੀ ਆ। ਇਹ ਹੋ ਸਕਦਾ ਸਕੈਂਡਲ ਬਹੁਤ ਵੱਡਾ ਹੋਵੇ, ਤੇ ਬਾਕੀ ਸ਼ਹਿਰਾਂ ਦੇ ਵਿੱਚ ਵੀ ਇਹ ਇਸੇ ਤਰੀਕੇ ਇੱਕ ਤਾਂ ਮਰੀਜ਼ ਅੱਗੇ ਮਰ ਰਹੇ ਆ, ਇੱਕ ਕਈ ਹਜ਼ਾਰ ਦੇ ਇੰਜੈਕਸ਼ਨ ਮਿਲ ਰਹੇ ਆ, ਤੇ ਉੱਤੋਂ ਇੰਜੈਕਸ਼ਨ ਵੀ ਜਾਲੀ ਮਿਲੇ, ਤੇ ਮੈਂ ਸਮਝਦਾ ਇਸ ਤੋਂ ਵੱਡਾ ਅਪਰਾਧ ਕੀ ਹੋਣਾ ਚਾਹੀਦਾ। ਸੋ ਉਸੇ ਤਰੀਕੇ ਹੀ ਇਹਦੀ ਇਨਵੈਸਟੀਗੇਸ਼ਨ ਬੜੀ ਗੰਭੀਰਤਾ ਨਾਲ ਹੋਣੀ ਚਾਹੀਦੀ। ਐਂਟੀਬਾਇਓਟਿਕ ਜਿਹੜੀ ਸਰਕਾਰੀ ਮੋਹਰ ਲੱਗੇ ਐਂਟੀਬਾਇਓਟਿਕ ਇੰਜੈਕਸ਼ਨ ਮਿਲ ਰਹੇ ਆ, ਸਰਕਾਰ ਜੇ ਸਰਕਾਰੀ ਮੋਹਰ ਲੱਗੇ ਐਂਟੀਬਾਇਓਟਿਕ ਮਿਲ ਰਹੀ ਹੈ ਤਾਂ ਕੁਦਰਤੀ ਗੱਲ ਹੈ ਕਿ ਗਵਰਨਮੈਂਟ ਦੀ ਸਪਲਾਈ ਕਿਤੇ ਨਾ ਕਿਤੇ ਬਾਹਰ ਜਾ ਰਹੀ ਹੈ। ਇਹ ਵੀ ਵੱਡਾ ਸਕੈਂਡਲ ਹੋ ਸਕਦਾ ਹੈ ਕਿ ਕਿਤੇ ਹਸਪੀਟਲ ਸਪਲਾਈ ਦੇ ਵਿੱਚ ਵੀ ਨਾ ਜਾਂਦੇ ਰਹੇ ਹੋਣ। ਇਹ ਸਾਰੀ ਚੀਜ਼ਾਂ ਦੇਖਣੀ ਚਾਹੀਦੀਆਂ, ਕਿਉਂਕਿ ਹੁਣ ਮੈਂ ਇਹਦੇ ਤੇ ਆਫੈਂਡ ਤਾਂ ਨਹੀਂ ਕਹਿ ਸਕਦਾ, ਪਰ ਜਦੋਂ ਕੋਈ ਚੀਜ਼ ਸੁੱਟੀ ਜਾਂਦੀ ਹੈ ਔਰ ਚੀਜ਼ ਜਾਲੀ ਹੈ ਤਾਂ ਨੈਚੁਰਲੀ ਹੈ ਕਿ ਕਿਤੇ ਨਾ ਕਿਤੇ ਜਿਹੜਾ ਹੈ ਉਹਨੂੰ ਡਰ ਹੁੰਦਾ ਹੈ ਕਿ ਹੁਣ ਮੈਂ ਪਕੜਿਆ ਜਾਊਂਗਾ, ਤੇ ਉਹ ਆਪਣੀ ਜਿਹੜੀ ਹੈ ਸਬੂਤ ਮਿਟਾਉਣ ਦੀ ਕੋਸ਼ਿਸ਼ ਕਰ ਰਿਹਾ। ਪਰ ਇੱਥੋਂ ਗੰਭੀਰਤਾ ਦਾ ਪਤਾ ਲੱਗ ਜਾਂਦਾ ਕਿ ਜੇ ਐਡੀ ਵੱਡੀ ਖੇਪ ਸੁੱਟਣੀ ਪੈ ਰਹੀ ਹੈ ਤਾਂ ਵਿਕੀ ਕਿੰਨੀ ਹੋਊ। ਸਰ ਡਰੱਗ ਇੰਸਪੈਕਟਰ ਜਿਹੜਾ ਹੈਗਾ ਮੌਕੇ ਤੋਂ ਕਹਿ ਰਹੇ ਆ ਕਿ ਉਹਦੀ ਬਿਨਾਂ ਕਿਸੇ ਲੈਬੋਰਟਰੀ ਜਾਂਚ ਤੋਂ ਕਿਹਾ ਜਾ ਰਿਹਾ ਕਿ ਨਕਲੀ ਆ। ਇਹ ਸੰਭਵ ਹੈਗਾ ਕਿ ਲੈਬੋਰਟਰੀ ਜਾਂਚ ਤੋਂ ਬਿਨਾਂ ਆਪਾਂ ਕਿਸੇ ਚੀਜ਼ ਨੂੰ ਨਕਲੀ ਜਾਂ ਅਸਲੀ ਦੱਸਿਆ ਜਾ ਸਕੇ? ਨਹੀਂ, ਜਿਹੜੀ ਓਰੀਜਨਲ ਇੰਜੈਕਸ਼ਨ ਹੈ, ਅਗਰ ਉਹਦੇ ਨਾਲ ਕੰਪੇਅਰ ਕਰਦੇ ਹੀ ਕੋਈ ਜਿਹੜੀ ਹੈਗੀ ਆ ਉਹਦੀ ਕੁਆਲਿਟੀ 'ਚ ਫਰਕ ਨਜ਼ਰ ਆਉਂਦਾ ਹੈ, ਜਾਂ ਉਹਦੀ ਜਿਹੜੀ ਹੈ ਵਾਇਲ ਦੇ ਸਾਈਜ਼ ਦੇ ਉੱਤੋਂ, ਸ਼ੇਪ ਦੇ ਉੱਤੋਂ, ਐਂਪਿਊਲ ਦੇ ਸਾਈਜ਼ ਸ਼ੇਪ ਦੇ ਉੱਤੋਂ ਕੋਈ ਫਰਕ ਨਜ਼ਰ ਆਉਂਦਾ ਤਾਂ ਕੁਝ ਕਿਲੋ ਤੋਂ ਅੰਦਾਜ਼ਾ ਲੱਗ ਵੀ ਜਾਂਦਾ ਕਿ ਓਰੀਜਨਲ ਕੰਪਨੀ ਦਾ ਇੰਜੈਕਸ਼ਨ ਦੀ ਵਾਇਲ ਕਿੱਦਾਂ ਦੀ ਹੈ ਜਾਂ ਉਹਦਾ ਐਂਪਿਊਲ ਕਿੱਦਾਂ ਦਾ, ਦੂਜੇ 'ਚ ਫਰਕ ਹੋ ਸਕਦਾ। ਉਹਦੀ ਪੈਕਿੰਗ ਦੇ ਵਿੱਚ ਉਹਦੇ ਬਾਕੀ ਜਿਹੜੀ ਉੱਤੇ ਸਟੈਂਪਿੰਗ ਹੈ, ਉਹਦੇ ਜਿਹੜੇ ਨੰਬਰ ਦਿੱਤੇ ਹੋਏ ਆ CST ਤੇ ਬਾਕੀ ਦੂਜੇ ਸਾਰੀ ਚੀਜ਼ਾਂ ਉਹਨਾਂ ਨੂੰ ਦੇਖਣੀਆਂ। ਠੀਕ।